ਇਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਿਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਿਤਪਾਲਹੁ, ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਿਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ, ਹਮ ਬਾਰਕ ਤੁਮਰੇ ਥਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਕੋਟ ਪਰਾਧ ਹਮਾਰੇ ਖੰਡਹੁ, ਅਨਕ ਵਿਧੀ ਸਮਝਾਵਹੁ। ਹਮ ਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਏ। ਆਓ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਸਾਹਿਬਾਂ ਦੀ ਮਹਾਨ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਗੁਰੂ ਗਰੀਬ ਨਵਾਜ ਦੇ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰਬਾਣੀ ਸਰਵਣ ਕਰਕੇ, ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਿਆ ਬਣਾ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ ਕਥਨ ਹੈ, ਆਪਣੇ ਸ਼ਲੋਕਾਂ ਦੀ ਬਾਣੀ ਅੰਦਰ ਸਮਝਾਉਣਾ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਕਿ ਸੰਗਤ ਕਰਨ ਦਾ ਫਾਇਦਾ ਕੀ ਹੈ। ਕਬੀਰ ਮਨ ਪੰਖੀ ਭਇਓ ਸਾਹਿਬ ਜੀ ਕਹਿੰਦੇ ਨੇ, ਆ ਜਿਹੜਾ ਮਨ ਹੈ ਇੱਕ ਪੰਛੀ ਦੀ ਤਰ੍ਹਾਂ ਹੈ। ਉੱਡ ਉੱਡ ਦਹਿ ਦਿਸ ਜਾਏ। ਤੇ ਜਿਹੜਾ ਪੰਛੀ ਹੈ ਸਾਰਾ ਦਿਨ ਸਾਰੀਆਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ, ਕਦੇ ਇੱਕ ਦਰਖਤ ਦੇ ਉੱਤੇ, ਕਦੇ ਦੂਸਰੇ ਦਰਖਤ ਦੇ ਉੱਤੇ,
ਕਦੇ ਤੀਸਰੇ ਦਰਖਤ ਦੇ ਉੱਤੇ ਬਸ ਇਉਂ ਬਸ ਉਡਾਰੀਆਂ ਲਾਉਂਦਾ ਸਾਰਾ ਦਿਨ ਭੱਜਿਆ ਫਿਰਦਾ ਹੈ। ਕਦੇ ਅੰਬਾਂ ਦੇ ਦਰਖਤ ਤੇ ਜਾ ਬੈਠਦਾ ਹੈ, ਅੰਬੀਆਂ ਖਾਣਾ ਕਰਦਾ ਹੈ। ਕਦੇ ਅਮਰੂਦ ਦੇ ਦਰਖਤ ਦੇ ਉੱਤੇ ਬੈਠ ਕੇ ਅਮਰੂਦ ਦੇ ਬੀਆਂ ਨੂੰ ਖਾ ਕਰਕੇ ਉਹਦੇ ਵਿੱਚੋਂ ਬੀਜਾਂ ਨੂੰ ਖਾ ਕਰਕੇ ਟੁਕ ਟੁਕ ਕੇ ਸਿੱਟੀ ਜਾਂਦਾ ਹੈ। ਕਦੇ ਪਤਾ ਨਹੀਂ ਕਿੱਥੇ ਜਾ ਕੇ ਕਿਹੜਿਆਂ ਕਰੰਗਾਂ ਦੇ ਉੱਤੇ ਜਾ ਕੇ ਬੈਠ ਜਾਇਆ ਕਰਦਾ ਹੈ। ਬਸ ਸਾਹਿਬ ਜੀ ਕਹਿੰਦੇ ਨੇ ਜੋ ਜੈਸੀ ਸੰਗਤ ਮਿਲੇ। ਹੁਣ ਜੈਸੀ ਸੰਗਤ ਮਿਲੀ ਉਸ ਪੰਛੀ ਨੂੰ, ਜੇ ਜਾ ਕਰ ਕਿਸੇ ਰਸ ਦੇਣ ਵਾਲੇ ਦਰਖਤ ਦੇ ਉੱਤੇ ਬੈਠਾ, ਫਲਦਾਰ ਬੂਟੇ ਦੇ ਉੱਤੇ ਬੈਠਾ, ਤਾਂ ਉਹ ਰਸ ਨੂੰ ਮਾਨਣਾ ਕੀਤਾ। ਤੇ ਜਾ ਕਰਕੇ ਜੇ ਸਿਮਲ ਵਰਗੇ ਦਰਖਤ ਦੇ ਉੱਤੇ ਜਾ ਕਰਕੇ ਤੋਤਾ ਬੈਠ ਗਿਆ, ਭਾਲਦਾ ਤਾਂ ਇਹ ਸੀ ਕਿ ਮੈਂ ਅੰਬ ਦੇ ਵਿੱਚ ਜਦੋਂ ਚੁੰਝ ਮਾਰੀ ਤਾਂ ਰਸ ਮਿਲਿਆ। ਜੇ ਸੇਬ ਦੇ ਦਰਖਤ ਦੇ ਉੱਤੇ ਜਾ ਕੇ ਬੈਠਾ, ਸੇਬ ਖਾਣ ਵਾਸਤੇ ਵਿੱਚ ਚੁੰਝ ਮਾਰੀ, ਰਸ ਲੈਣਾ ਚਾਹਿਆ ਤਾਂ ਸੇਬ ਦਾ ਆਨੰਦ ਆਇਆ। ਜੇ ਅਮਰੂਦ ਦੇ ਦਰਖਤ ਦੇ ਉੱਤੇ ਜਾ ਕੇ ਤੋਤਾ ਬੈਠਾ ਤਾਂ ਉਹਨੇ ਅਮਰੂਦ ਦੇ ਦਰਖਤ ਦੇ ਜਦੋਂ ਫਲ ਦੇ ਵਿੱਚ, ਅਮਰੂਦ ਦੇ ਵਿੱਚ ਜਦੋਂ ਚੁੰਝ ਮਾਰੀ, ਰਸ ਲਿਆ। ਪਰ ਜਦੋਂ ਸਿਮਲ ਦਾ ਦਰਖਤ ਦੇਖਿਆ, ਸੋਹਣੇ ਸੋਹਣੇ ਫੁੱਲ ਲੱਗੇ ਦੇਖੇ ਨਾ, ਉਹਦੇ ਵਿੱਚ ਆਪਣੀ ਚੁੰਝ ਜਾ ਕੇ ਫੁੱਲ ਦੇ ਵਿੱਚ ਮਾਰੀ, ਕਹਿੰਦਾ ਕਿ ਇਹਦੇ ਵਿੱਚੋਂ ਬੜਾ ਆਨੰਦ ਆਵੇਗਾ। ਪਤਾ ਨਹੀਂ ਕਿਹੋ ਜਿਹਾ ਜਿਹੜਾ ਆਨੰਦ ਆਵੇਗਾ, ਰਸ ਆਵੇਗਾ, ਦੇਖਣ ਨੂੰ ਬੜਾ ਸੋਹਣਾ ਬਾਹਰੋਂ ਜਾਪਦਾ। ਪਰ ਜਦੋਂ ਚੁੰਝ ਮਾਰੀ ਤਾਂ ਚੁੰਝ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਰਸ ਹੀ ਨਾ ਆਇਆ। ਬਾਹਰੋਂ ਦੇਖਣ ਨੂੰ ਫੁੱਲ ਬੜਾ ਸੋਹਣਾ ਜਾਪਿਆ, ਪਰ ਜਦੋਂ ਚੁੰਝ ਮਾਰ ਕੇ ਉਹ ਤੋਤੇ ਨੇ ਦੇਖਿਆ ਤੇ ਜਦੋਂ ਰਸ ਕਿਸੇ ਪ੍ਰਕਾਰ ਦਾ ਨਾ ਆਇਆ, ਬਕ ਬਕਾ ਜਦੋਂ ਦਿਖਿਆ ਨਾ, ਤਾਂ ਬਸ ਆਪਣਾ ਜਿਹੜਾ ਜੇਬਾਂ ਦਾ ਪਹਿਲਾ ਵੀ ਸਵਾਦ ਸੀ, ਉਹ ਸਵਾਦ ਵੀ ਗਵਾ ਬੈਠਾ। ਕਹਿਣ ਤੋਂ ਭਾਵ ਸਾਹਿਬ ਜੀ ਸਮਝਾਉਂਦੇ ਨੇ, ਐ ਭਾਈ, ਜਦੋਂ ਜਿਸ ਸੰਗਤ ਦੇ ਵਿੱਚ ਤੂੰ ਜਾਵੇਂਗਾ, ਜੇਕਰ ਕਿਸੇ ਜੁਆਰੀ ਦੀ ਸੰਗਤ ਕਰਨ ਲੱਗ ਗਿਆ ਤਾਂ ਹੌਲੀ ਹੌਲੀ ਰੰਗ ਲੱਗਦਿਆਂ ਜੁਆਰੀ ਬਣ ਜਾਵੇਂਗਾ ਇੱਕ ਦਿਨ। ਕਿਸੇ ਸ਼ਰਾਬੀ ਦੀ ਸੰਗਤ ਦੇ ਵਿੱਚ ਚਲਿਆ ਗਿਆ, ਉਹਦੀਆਂ ਗੱਲਾਂ ਸੁਣੀਆਂ, ਉਹੋ ਜਿਹਾ ਵਾਤਾਵਰਣ ਦੇਖਿਆ ਤਾਂ ਕੀ ਕਿਤੇ ਸ਼ਰਾਬੀ ਵੀ ਬਣ ਸਕਦਾ। ਪਰ ਜੇ ਆ ਸਤ ਸੰਗਤ ਦੇ ਵਿੱਚ ਆ ਗਿਆ, ਆ ਗੁਰੂ ਚਰਨਾਂ ਵਿੱਚ ਆ ਕਰਕੇ ਕਥਾ ਸਰਵਣ ਕੀਤੀ, ਕੀਰਤਨ ਸਰਵਣ ਕੀਤਾ, ਉਸ ਕਰਤੇ ਪੁਰਖ ਦੀ ਵਡਿਆਈ, ਪੂਰਨ ਗੁਰੂ ਦੇ ਗੁਣ ਸਰਵਣ ਕੀਤੇ, ਤਾਂ ਸਾਹਿਬ ਜੀ ਕਹਿੰਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ, ਜੋ ਚੰਦਨ ਪਾਸ। ਬਸ ਫਿਰ ਜਿਵੇਂ ਚੰਦਨ ਕੋਲੇ ਰਹਿਣ ਵਾਲੇ ਦਰਖਤ ਚੰਦਨ ਦੇ ਬਣ ਜਾਂਦੇ ਨੇ, ਇਉਂ ਫਿਰ ਜਿਹੜਾ ਸਤ ਸੰਗਤ ਦੇ ਵਿੱਚ ਆਉਣ ਵਾਲਾ ਨੇਮੀ ਹੈ, ਸਤ ਸੰਗਤ ਦੇ ਵਿੱਚ ਆਉਣ ਵਾਲਾ ਪ੍ਰੇਮੀ ਹੈ, ਤੇ ਸਾਹਿਬ ਜੀ ਆਖਦੇ ਨੇ ਕਿ ਭਾਈ ਫਿਰ ਉਹ ਗੁਰੂ ਸਰੂਪ ਸੰਗਤ ਦਾ ਰੂਪ ਹੋ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਂਦਾ। ਆਓ ਵੱਡਿਆਂ ਭਾਗਾਂ ਵਾਲੇ ਹਾਂ, ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਾਂ, ਸਾਹਿਬ ਦੇ ਚਰਨਾਂ ਵਿੱਚ ਜੁੜ ਬੈਠੇ। ਆਓ ਜੋ ਅੱਜ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਸ਼੍ਰੀ ਮੁਖ ਵਾਕ ਜੀ ਦੀ ਬਖਸ਼ਿਸ਼ ਕੀਤੀ ਹੈ, ਆਓ ਸਾਰੇ ਉਹਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪੋ ਆਪਣੀ ਹਾਜ਼ਰੀ ਲਵਾਈਏ। ਨਾਲ ਹੀ ਬੇਨਤੀ ਕਰੀਏ, ਸਾਹਿਬ ਜੀ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗਰੀਬ ਨਵਾਜ ਆਪ ਆਪਣੀ ਵਿਚਾਰ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਲੈਣੀ, ਆਪ ਸਤਿਗੁਰੂ ਜੀ ਬੈਠ ਕਰਕੇ ਵਿੱਚ ਸਰਵਣ ਕਰਵਾ ਲੈਣੀ। ਆਓ ਸਾਰੇ ਰਲ ਮਿਲ ਕੇ ਉਚਾਰਨ ਕਰੀਏ ਜੀ, ਸਤਨਾਮ ਸ਼੍ਰੀ ਸਭ ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਵਾਹਿਗੁਰੂ ਜੀ। ਤਨਾਸਰੀ
ਮਹਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਿਤਪਾਲਕ, ਨਾਇਕ ਖਾਸਮ ਹਮਾਰੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਿਮਰਤਾ ਔਰ ਸ਼ਾਂਤੀ ਦੇ ਪੁੰਜ ਸਤਿਗੁਰੂ ਜੀ ਅੱਜ ਦੇ ਸ਼੍ਰੀ ਪਾਵਨ ਮੁਖ ਵਾਕ ਦੇ ਦੁਆਰਾ ਸਾਹਿਬ ਜੀ ਉਸ ਕਰਤੇ ਪੁਰਖ ਦੀ ਵਡਿਆਈ ਦਾ ਵਰਣਨ ਕਰਦੇ ਨੇ ਕਿ ਉਹ ਕਿਤਨਾ ਬੇਅੰਤ ਹੈ, ਕਿੰਨਿਆਂ ਗੁਣਾਂ ਦਾ ਮਾਲਕ ਹੈ, ਕਿੱਡੀ ਬਖਸ਼ਿਸ਼ ਦਾ ਮਾਲਕ ਹੈ, ਕਿਸ ਤਰ੍ਹਾਂ ਉਹ ਆਪਣੇ ਪਿਆਰਿਆਂ ਦੇ ਉੱਤੇ ਜਿਹੜੀ ਕਿਰਪਾ ਕਰਦਾ ਤੇ ਜੀਵ ਨੂੰ ਐਸੇ ਕਰਤੇ ਪੁਰਖ ਦਾ ਮਿਲਾਪ ਕਿਵੇਂ ਹੋਣਾ ਪ੍ਰਾਪਤ ਹੁੰਦਾ। ਸਾਹਿਬ ਜੀ ਕਹਿੰਦੇ ਨੇ ਬੇਨਤੀ ਰੂਪ ਆਰੰਭਤਾ ਦੇ ਵਿੱਚ ਸਾਹਿਬ ਜੀ ਪੰਕਤੀਆਂ ਉਚਾਰਨ ਕਰਦੇ ਨੇ, ਤੁਮ ਦਾਤੇ ਠਾਕੁਰ ਪ੍ਰਿਤਪਾਲਕ। ਐ ਸਤਿਗੁਰੂ ਜੀ ਆਪ ਜੀ ਦਾਤੇ ਹੋ, ਤੁਮ ਦਾਤੇ ਠਾਕੁਰ ਸਤਿਗੁਰੂ ਜੀ ਆਪ ਜੀ ਸਭਨਾ ਤੋਂ ਉੱਚੇ ਹੋ, ਸਭਨਾ ਤੋਂ ਜਿਹੜੇ ਸਾਹਿਬ ਜੀ ਆਪ ਜੀ ਸ਼੍ਰੋਮਣੀ ਦਾਤੇ ਹੋ। ਤੁਮ ਦਾਤੇ ਠਾਕੁਰ ਪ੍ਰਿਤਪਾਲਕ, ਸਭਨਾ ਜੀਆਂ ਦੀ ਪ੍ਰਤਪਾਲਣਾ ਕਰਨ ਵਾਲੇ ਹੋ। ਨਾਇਕ ਖਸਮ ਹਮਾਰੇ, ਸਾਹਿਬ ਜੀ ਆਪ ਜੀ ਸਭ ਤੋਂ ਉੱਤਮ ਔਰ ਸਭ ਤੋਂ ਸ਼੍ਰੋਮਣੀ ਸਾਹਿਬ ਜੀ ਆਪ ਜੀ ਸਭਨਾ ਨੂੰ ਪ੍ਰਤਪਾਲਣਾ ਕਰਨ ਵਾਲੇ। ਜਿਸ ਤਰ੍ਹਾਂ ਪਤੀ ਹੈ ਆਪਣੀ ਪਤਨੀ ਦੀ, ਆਪਣੇ ਬੱਚਿਆਂ ਦੀ ਜਿਹੜੀ ਹੈ ਪ੍ਰਤਪਾਲਣਾ ਕਰਦਾ, ਉਹਨਾਂ ਦੀ ਰੱਖਿਆ ਕਰਦਾ, ਉਹਨਾਂ ਨੂੰ ਖਾਣ ਵਾਸਤੇ ਪਹਿਨਣ ਵਾਸਤੇ ਸੁੱਖਾਂ ਸਾਧਨਾਂ ਦੀ ਸਹੂਲਤ ਪੈਦਾ ਕਰਕੇ ਦਿੰਦਾ। ਤੇ ਸਾਹਿਬ ਜੀ ਕਹਿੰਦੇ ਹਨ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉਸ ਕਰਤੇ ਪੁਰਖ ਦੀ ਵਡਿਆਈ ਕਰਦੇ ਆ, ਉਸ ਵਾਹਿਗੁਰੂ ਨੂੰ ਸਤਿਗੁਰੂ ਜੀ ਸੰਬੋਧਨ ਕਰਦੇ ਆ, ਇਹ ਸ਼ਬਦ ਉਚਾਰਨ ਕਰਦੇ ਨੇ। ਪਾਤਸ਼ਾਹ ਆਪ ਜੀ ਸਭਨਾ ਤਰ੍ਹਾਂ ਦੇ ਮਾਲਕ ਹੋ, ਦਾਤੇ ਹੋ, ਸਭਨਾ ਦੀ ਪ੍ਰਤਪਾਲਣਾ ਕਰਨ ਵਾਲੇ ਹੋ, ਸਭ ਤੋਂ ਸ਼੍ਰੋਮਣੀ ਹੋ। ਨਿਮਖ ਨਿਮਖ ਤੁਮ ਹੀ ਪ੍ਰਿਤਪਾਲੋ ਹੋ, ਹਮ ਬਾਰਕ ਤੁਮਰੇ ਤਾਰੇ। ਸਾਹਿਬ ਜੀ ਆਪ ਜੀ ਨਿਮਖ ਨਿਮਖ ਸਵਾਸ ਸਵਾਸ ਛਿਨ ਛਿਨ ਸਾਹਿਬ ਜੀ ਆਪ ਜੀ ਸਾਡੀ ਪ੍ਰਤਪਾਲਣਾ ਕਰਨ ਵਾਲੇ ਹੋ, ਸਾਡੀ ਰੱਖਿਆ ਕਰਨ ਵਾਲੇ ਹੋ। ਹਮ ਬਾਰਕ ਤੁਮਰੇ ਧਾਰੇ, ਗਰੀਬ ਨਵਾਜ ਅਸੀਂ ਤਾਂ ਤੁਹਾਡੇ ਬਾਲਕ ਹਾਂ, ਤੁਹਾਡੇ ਬੱਚੇ ਹਾਂ। ਹਰ ਰੋਜ਼ ਆਪਾਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਸਾਹਿਬ ਜੀ ਦਾ ਪਾਵਨ ਬਚਨ ਪੜ੍ਹਦੇ ਆਂ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਬਸ ਮਾਤਾ ਪਿਤਾ ਦੇ ਜਦੋਂ ਜੀਵ ਬੱਚਾ ਹੈ, ਮਾਤਾ ਪਿਤਾ ਦੀ ਗੋਦ ਵਿੱਚ ਰਹਿੰਦਾ, ਮਾਤਾ ਪਿਤਾ ਦੇ ਕੋਲ ਰਹਿੰਦਾ, ਤਾਂ ਮਾਤਾ ਪਿਤਾ ਦਾ ਧਿਆਨ ਵੀ ਆਪਣੇ ਬੱਚੇ ਵਿੱਚ ਰਹਿੰਦਾ। ਬਸ ਆਪਣੀਆਂ ਹਾਸੀਆਂ ਖੇਡੀਆਂ ਬੱਚਾ ਕਰਦਾ ਹੈ, ਚਾਹੇ ਭਾਵੇਂ ਕਿਤੇ ਮਾਂ ਦੀਆਂ ਅੱਖਾਂ ਤੋਂ ਪਿਤਾ ਦੀਆਂ ਅੱਖਾਂ ਤੋਂ ਥੋੜਾ ਜਿਹਾ ਦੂਰ ਹੋ ਕੇ ਵੀ ਚਾਹੇ ਖੇਡਦਾ, ਪਰ ਮਾਤਾ ਪਿਤਾ ਦੇ ਹਿਰਦੇ ਦੇ ਵਿੱਚ ਸਦਾ ਵਾਸਤੇ ਜਿਹੜੀ ਹੈ ਆਪਣੇ ਬੱਚੇ ਦੇ ਲਈ ਪਿਆਰ, ਆਪਣੇ ਬੱਚੇ ਲਈ ਤਾਂਘ ਜਿਹੜੀ ਬਣੀ ਰਹਿੰਦੀ ਹੈ। ਜੇ ਕਿਤੇ ਗੁਆਂਢ ਦੇ ਵਿੱਚ ਬੱਚਾ ਖੇਡਣ ਗਿਆ ਹੋਵੇ ਨਾ, ਤਾਂ ਕਿਤੇ ਬੱਚੇ ਦੇ ਸੱਟ ਵੱਜ ਜਾਵੇ, ਬੱਚੇ ਦੇ ਰੋਣ ਦੀ ਆਵਾਜ਼ ਜਿਹੜੀ ਹੈ ਕਦੇ ਮਾਤਾ ਦੇ ਕੰਨਾਂ ਵਿੱਚ ਪਵੇ ਜਾਂ ਪਿਤਾ ਦੇ ਕੰਨਾਂ ਵਿੱਚ ਪਵੇ, ਸਭ ਤੋਂ ਪਹਿਲਾਂ ਜਿਹੜੇ ਨੇ ਮਾਤਾ ਔਰ ਪਿਤਾ ਭੱਜੇ ਜਾਂਦੇ ਨੇ। ਕਹਿੰਦੇ ਪਤਾ ਨਹੀਂ ਸਾਡੇ ਬੱਚੇ ਨੂੰ ਕੀ ਹੋ ਗਿਆ, ਪਤਾ ਨਹੀਂ ਕੀ ਸੱਟ ਲੱਗ ਗਈ। ਜਿਹੜਾ ਹਿਰਦਾ ਹੈ ਉਹ ਜਿਹੜਾ ਇੱਕੋ ਦਮ ਆਪਣੇ ਬੱਚੇ ਵੱਲ ਨੂੰ ਖਿੱਚ ਕੇ ਲੈ ਜਾਇਆ ਕਰਦਾ। ਬਸ ਇਉਂ ਹੀ ਸਾਹਿਬ ਜੀ ਕਹਿੰਦੇ ਨੇ ਪਾਤਸ਼ਾਹ ਜੀ ਆਪ ਜੀ ਸਾਡੀ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਪ੍ਰਤਪਾਲਣਾ ਕਰਦੇ ਨੇ, ਸੁੱਖ ਸਹੂਲਤਾਂ ਦਿੰਦੇ ਨੇ, ਸਦਾ ਵਾਸਤੇ ਉਹਨਾਂ ਦੇ ਅੰਗ ਸੰਗ ਰਹਿ ਕਰਕੇ ਉਹਨਾਂ ਦੀ ਸੁੱਖ ਮੰਗਦੇ ਨੇ। ਸਾਹਿਬ ਜੀ ਬਸ ਉਸੇ ਤਰ੍ਹਾਂ ਆਪ ਜੀ ਸਾਡੀ ਪ੍ਰਤਪਾਲਣਾ ਕਰਦੇ ਹੋ ਸਾਰੇ ਜੀਆਂ ਦੀ, ਸਾਰੇ ਸੰਸਾਰੀ ਜੀਵਾਂ ਦੀ।
ਹਮ ਬਾਰਕ ਤੁਮਰੇ ਧਾਰੇ ਮਹਾਰਾਜ ਜੀ, ਅਸੀਂ ਤੁਹਾਡੇ ਬਣਾਏ ਹੋਏ ਬੱਚੇ ਹਾਂ, ਅਸੀਂ ਤੁਹਾਡੇ ਸਾਹਿਬ ਜੀ ਸਾਜੇ ਹੋਏ। ਆਪ ਜੀ ਦੀ ਕਿਰਪਾ ਦਾ ਸਦਕਾ, ਆਪ ਜੀ ਦੇ ਦਰ ਦੇ ਉੱਤੇ ਆਉਣ ਵਾਲੇ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਬੱਚੇ ਹਾਂ। ਜਿਹਵਾ ਏਕ ਕਵਨ ਗੁਣ ਕਹੀਐ। ਸਾਹਿਬ ਜੀ ਹੁਣ ਜਿਹਵਾ ਏਕ ਹੈ ਤੇ ਗੁਣ ਆਪ ਜੀ ਦੇ ਅਨੇਕਾਂ ਨੇ। ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੀ ਪੰਜਵੀਂ ਅਸ਼ਟਪਦੀ ਦੇ ਵਿੱਚ ਸਾਹਿਬ ਜੀ ਨੇ ਸਾਰੀ ਕਿਰਪਾ ਲਿਖੀ ਹੈ ਉਸ ਕਰਤੇ ਪੁਰਖ ਦੀ। ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਐ ਸਾਹਿਬ ਜੀ ਕਿਹੜੇ ਗੁਣਾਂ ਦਾ ਵਰਣਨ ਕਰਨਾ ਕਰੀਏ। ਤੁਹਾਡੀ ਕਿਰਪਾ ਦਾ ਸਦਕਾ 36 ਪ੍ਰਕਾਰ ਦੇ ਪਦਾਰਥ ਖਾਂਦੇ ਆ। ਤੁਹਾਡੀ ਕਿਰਪਾ ਦਾ ਸਦਕਾ ਜਿਹੜੇ ਆ ਸੋਹਣੇ ਮੰਦਰ ਮਹਿਲ ਮਾੜੀਆਂ ਰਹਿਣ ਵਾਸਤੇ ਦਿੱਤੇ। ਤੁਸੀਂ ਕਿਰਪਾ ਕੀਤੀ ਆ ਸਰੀਰ ਦਿੱਤਾ, ਸਰੀਰ ਦੇ ਵਿੱਚ ਸਵਾਸ ਦੇਣੇ ਕੀਤੇ, ਨਾਲ ਤੰਦਰੁਸਤੀ ਬਖਸ਼ਿਸ਼ ਕੀਤੀ। ਸਾਹਿਬ ਜੀ ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰੀਏ। ਪਹਿਨਣ ਵਾਸਤੇ ਕੱਪੜਾ ਦਿੱਤਾ, ਛਕਣ ਵਾਸਤੇ ਭੋਜਨ ਦਿੱਤਾ। ਬਸ ਆਪ ਜੀ ਦੇ ਗੁਣਾਂ ਦਾ ਅਸੀਂ ਕੋਈ ਅੰਤ ਨਹੀਂ ਪਾ ਸਕਦੇ। ਇੰਨਾ ਕੁਝ ਕਰਨ ਦੇ ਬਾਵਜੂਦ ਕੱਲਾ ਤੁਸੀਂ ਸਾਨੂੰ ਮਨੁੱਖਾਂ ਨੂੰ ਨਹੀਂ ਦੇ ਰਹੇ। ਬਸ ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਸਤਿਗੁਰੂ ਜੀ ਆਪ ਜੀ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਜਨਮ ਦੇ ਕੇ ਉਹਨਾਂ ਨੂੰ ਰੋਜੀ ਤੱਕ ਦੇਣ ਦਾ ਵੀ ਹੀਲਾ ਆਪ ਕਰਦੇ ਆ। ਤੇ ਸਤਿਗੁਰੂ ਜੀ ਆਪ ਜੀ ਦੇ ਹੁਣ ਕਿਹੜੇ ਕਿਹੜੇ ਗੁਣ ਦਾ ਅਸੀਂ ਵਰਣਨ ਕਰੀਏ। ਜਿਹਵਾ ਏਕ ਹੈ ਤੇ ਸਾਹਿਬ ਜੀ ਆਪ ਜੀ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਏਸ ਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਬੇਸ਼ੁਮਾਰ ਤੋਂ ਭਾਵ ਸਤਿਗੁਰੂ ਜੀ ਆਪ ਜੀ ਦੇ ਗੁਣਾਂ ਦੀ ਕੋਈ ਗਿਣਤੀ ਨਹੀਂ ਹੈ। ਬੇਅੰਤ ਆਪ ਜੀ ਦਾ ਕੋਈ ਅੰਤ ਨਹੀਂ ਹੈ। ਸਾਹਿਬ ਜੀ ਆਪ ਕਿਰਪਾ ਕਰੋ ਗਰੀਬ ਨਵਾਜ, ਤੇਰੋ ਅੰਤ ਨ ਕਿਨਹੀ ਲਹੀਐ। ਤੇਰਾ ਅੰਤ ਪਾਉਣ ਵਾਸਤੇ ਵੱਡੇ ਵੱਡੇ ਸੰਸਾਰ ਦੇ ਉੱਤੇ ਆਏ, ਪਰ ਕਿਸੇ ਤੋਂ ਸਾਹਿਬ ਜੀ ਤੇਰਾ ਅੰਤ ਨਹੀਂ ਪਾਇਆ ਗਿਆ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਚੰਡੀ ਦੀ ਵਾਰ ਦੀ ਸਤਿਗੁਰੂ ਜੀ ਨੇ ਆਰੰਭਤਾ ਦੀ ਪੌੜੀ ਦੇ ਵਿੱਚ ਹੀ ਸਾਹਿਬ ਜੀ ਨੇ ਆਖ ਦਿੱਤਾ, ਤੇਥੋਂ ਹੀ ਬਲ ਰਾਮ ਲੈ। ਸਾਹਿਬ ਜੀ ਕਹਿੰਦੇ ਹਨ ਕਿ ਭਾਈ ਉਹ ਦਸ਼ਰਥ ਦੇ ਨਾਲ ਉਸ ਰਾਵਣ ਦੇ ਨਾਲ ਮੱਥਾ ਲਾਇਆ, ਪਰ ਬਲ ਕਿਹਨੇ ਦਿੱਤਾ? ਉਹ ਤੈਂ ਦਿੱਤਾ। ਤੇਥੋਂ ਹੀ ਬਾਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਉਠਾਇਆ। ਸਾਹਿਬ ਜੀ ਕਹਿੰਦੇ ਹਨ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਨੇ ਇਹ। ਸਾਹਿਬ ਜੀ ਜਿਹੜੇ ਕ੍ਰਿਸ਼ਨ ਭਗਵਾਨ ਜੀ ਹੋਏ, ਸਮੇਂ ਦੇ ਅਵਤਾਰ ਹੋਏ, ਬਲ ਕੀ ਤੋਂ ਲਿਆ, ਤਾਕਤ ਕੀ ਤੋਂ ਲਈ? ਤੈਥੋਂ ਭਾਵ ਕਰਤੇ ਪੁਰਖ ਤੋਂ ਤਾਕਤ ਲੈ ਕਰਕੇ ਕੰਸ ਵਰਗੇ ਜਿਹੜੇ ਪਾਪੀ ਰਾਜਿਆਂ ਨੂੰ, ਕੰਸ ਵਰਗੇ ਪਾਪੀਆਂ ਨੂੰ, ਦੁਸ਼ਟਾਂ ਨੂੰ ਕੇਸਾਂ ਤੋਂ ਫੜ ਕੇ ਪਕੜ ਕੇ ਜਿਹੜਾ ਉਹਨਾਂ ਨੂੰ ਘਸੀਟ ਲਿਆ। ਸਾਹਿਬ ਜੀ ਆਪ ਜੀ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਗਿਨਹੀ ਲਹੀਐ। ਸਾਹਿਬ ਜੀ ਤੇਰਾ ਅੰਤ ਕੋਈ ਨਹੀਂ ਪਾ ਸਕਿਆ। ਅਖੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਥੋਂ ਤੱਕ ਕਹਿ ਦਿੱਤਾ, ਕਿੰਨੀ ਤੇਰਾ ਅੰਤ ਨਾ ਪਾਇਆ। ਸਾਹਿਬ ਜੀ ਤੇਰਾ ਅੰਤ ਕਿਸੇ ਨੇ ਪਾਇਆ ਹੀ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਸਾਹਿਬ ਜੀ ਅੱਗੇ ਸਮਝਾਉਂਦੇ ਹਨ, ਕੋਟ ਪਰਾਧ ਹਮਾਰੇ ਖੰਡੋ, ਆਨਕ ਵਿਧੀ ਸਮਝਾਵੋ। ਸਾਹਿਬ ਜੀ ਜੇ ਆਪਣੇ ਪੱਲੇ ਵੱਲ ਨੂੰ ਅਸੀਂ ਅੱਡ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ।
ਬਸ ਸਾਹਿਬ ਜੀ ਜੇ ਆਪਣੇ ਪੱਲੇ ਵੱਲ ਨੂੰ ਦੇਖੀਏ ਤਾਂ ਇਉਂ ਜਾਪਦਾ ਜੇਤਾ ਸਮੁੰਦ ਸਾਗਰ ਨੀਰ ਭਰਿਆ, ਜਿਵੇਂ ਸਮੁੰਦਰ ਹੈ ਨੀਰ ਦੇ ਨਾਲ ਭਰਿਆ ਹੋਇਆ, ਪਾਣੀ ਨਾਲ ਭਰਿਆ ਹੋਇਆ। ਤੇ ਸਤਿਗੁਰੂ ਜੀ ਸਾਡੇ ਜਿਹੜੇ ਦੇਖਣਾ ਕਰੋ, ਅਸੀਂ ਤਾਂ ਜਿਵੇਂ ਸਮੁੰਦਰ ਹੈ ਪਾਣੀ ਨਾਲ ਭਰਿਆ ਹੋਇਆ, ਤੇ ਅਸੀਂ ਜਿਹੜੇ ਔਗਣਾਂ ਦੇ ਭਰੇ ਹੋਏ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਸਾਹਿਬ ਜੀ, ਦਇਆ ਕਰੋ ਕਿਛ ਮਿਹਰੋ ਪਾਵੋ। ਡੁੱਬਦੇ ਪੱਥਰ ਤਾਰੇ ਆਪ ਜੀ, ਡੁੱਬਦਿਆਂ ਪੱਥਰਾਂ ਨੂੰ ਤਾਰਨ ਦੇ ਸਮਰੱਥੋਂ। ਤੇ ਸਾਡੇ ਵਰਗੇ ਅਕਿਰਤ ਘਣਾ ਨੂੰ, ਸਾਡੇ ਵਰਗੇ ਪਾਪੀਆਂ ਨੂੰ, ਦੁਸ਼ਟਾਂ ਨੂੰ, ਪਖੰਡੀਆਂ ਨੂੰ, ਗਰੀਬ ਨਵਾਜ ਆਪ ਕਿਰਪਾ ਕਰਕੇ ਬਖਸ਼ ਲੈਣਾ ਕਰੋ। ਕੋਟ ਅਪਰਾਧ ਹਮਾਰੇ ਖੰਡੋ, ਸਾਹਿਬ ਜੀ ਕਰੋੜਾਂ ਅਪਰਾਧਾਂ ਦੇ ਭਰੇ ਹੋਏ ਹਾਂ, ਕਰੋੜਾਂ ਪਾਪਾਂ ਦੇ ਭਰੇ ਹੋਇਆਂ। ਮੈਲ ਦੇ ਨਾਲ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਔਗਣਾਂ ਨਾਲ ਭਰੇ ਹੋਏ ਆ। ਪਰ ਆਪ ਕਿਰਪਾ ਕਰੋ, ਆਪ ਸਾਡੇ ਜਿਹੜੇ ਇਹਨਾਂ ਔਗਣਾਂ ਨੂੰ ਕੱਟਣਾ ਕਰੋ। ਅਨਕ ਵਿਧੀ ਸਮਝਾਵੋ ਸਾਹਿਬ ਜੀ, ਕੋਈ ਚੰਗੀ ਵਿਧੀ ਹੈ, ਕੋਈ ਸਾਹਿਬ ਜੀ ਚੰਗੀ ਵਿਚਾਰ ਹੈ, ਆਪ ਸਾਨੂੰ ਬਖਸ਼ਿਸ਼ ਕਰੋ। ਹਮ ਗਿਆਨ ਆਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਅਸੀਂ ਅਗਿਆਨੀ ਆ, ਗਿਆਨ ਤੋਂ ਰਹਿ ਤਾਂ ਸਾਹਿਬ ਜੀ ਸਾਨੂੰ ਪਤਾ ਨਹੀਂ ਹੈ ਕਿ ਅਸੀਂ ਕੀ ਕਰੀਏ। ਹੁਣ ਬਸ ਆਪ ਕਿਰਪਾ ਕਰੋ, ਅਲਪ ਮਤ ਥੋੜੀ ਮਤ ਹੈ, ਕੋਈ ਚੰਗੀ ਬੁੱਧੀ ਦੇ ਮਾਲਕ ਨਹੀਂ ਆ, ਕੋਈ ਉੱਚੀ ਮਤ ਦੇ ਵਾਲੇ ਨਹੀਂ ਆ ਕਿ ਅਸੀਂ ਕੁਝ ਜਾਣਦੇ ਆ ਜਾਂ ਸਾਨੂੰ ਪਤਾ ਲੱਗੇ ਵੀ ਆਹ ਮਾਰਗ ਸਹੀ ਹੈ। ਸਾਨੂੰ ਤਾਂ ਸਾਹਿਬ ਜੀ ਬਸ ਇਉਂ ਹੀ ਆ, ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਾਹਿਬ ਜੀ ਭੁੱਲਿਆਂ ਨੂੰ ਮਾਰਗ ਪਾਵੋ ਆਪ ਜੀ। ਸਾਹਿਬ ਜੀ ਹਮ ਅਗਿਆਨ, ਅਸੀਂ ਅਗਿਆਨੀ ਹਾਂ, ਕੋਈ ਗਿਆਨ ਨਹੀਂ ਹੈ, ਥੋੜੀ ਮਤ ਹੈ ਅਲਪ ਮਤ, ਥੋੜੀ ਆਪਣ ਬਿਰਦ ਰਖਾਵੋ। ਸਾਹਿਬ ਜੀ ਆਪ ਕਿਰਪਾ ਕਰੋ, ਆਪਣਾ ਜਿਹੜਾ ਬਿਰਦ ਹੈ ਤੁਹਾਡਾ ਸਾਹਿਬ ਜੀ ਜੋ ਕਰੀਬ ਨਵਾਜ ਆਪ ਜੀ ਦਾ ਪਾਵਨ ਬਿਰਦ ਹੈ, ਆਪ ਜੀ ਦਾ ਸੱਚੇ ਪਾਤਸ਼ਾਹ ਜੀ ਗਲ ਲਾਉਣ ਵਾਲਾ, ਆਪ ਕਿਰਪਾ ਕਰਕੇ ਸਾਡੇ ਇਹਨਾਂ ਔਗਣਾਂ ਨੂੰ ਨਾ ਚਿਤਾਰਦੇ ਹੋਏ, ਸਾਡੀ ਅਗਿਆਨਤਾ ਨੂੰ ਨਾ ਦੇਖਦੇ ਹੋਏ, ਅਲਪ ਮੁੱਧੀ ਨੂੰ ਸਤਿਗੁਰੂ ਜੀ ਥੋੜੀ ਮਤ ਨੂੰ, ਛੋਟੀ ਮਤ ਨੂੰ ਸਾਹਿਬ ਜੀ ਪਾਸੇ ਰੱਖਦਿਆਂ ਹੋਇਆਂ ਆਪ ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ ਕਰੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਹੁਣ ਤੁਹਾਡੀ ਅਸੀਂ ਸ਼ਰਨ ਦੇ ਵਿੱਚ ਆਏ ਹਾਂ ਤੇ ਆਸ ਵੀ ਇੱਕ ਤੁਹਾਡੇ ਚਰਨਾਂ ਦੀ ਹੈ। ਤੁਮ ਹੀ ਸੱਜਣ, ਆਪ ਜੀ ਸਾਡੇ ਸੱਜਣ ਹੋ, ਸੁਹੇਲੇ ਤੋਂ ਭਾਵ ਸੁਖ ਦੇਣ ਵਾਲੇ ਹੋ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਦੇਖੋ ਸਭ ਕੁਝ ਦੇ ਮਾਲਕ ਹੋਣ ਦੇ ਬਾਵਜੂਦ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿੱਡੇ ਨਿਮਰਤਾ, ਕਿੰਨੇ ਸਤਿਗੁਰੂ ਜੀ ਗਰੀਬੀ ਦਾਵੇ ਦੇ ਵਚਨ ਸਾਹਿਬ ਜੀ ਨੇ ਸਰਵਣ ਕੀਤੇ ਨੇ, ਕਿੰਨੇ ਸਮਝਾਉਣਾ ਕੀਤੇ। ਅੱਜ ਅਸੀਂ ਆਮ ਦੁਨਿਆਵੀ ਲੋਕ ਹਾਂ, ਸਾਰੇ ਔਗਣਾਂ ਦੇ ਨਾਲ ਭਰੇ ਹੋਏ ਆ, ਗਲਤੀਆਂ ਦੇ ਨਾਲ ਭਰੇ ਹੋਏ ਆ, ਆਪਣੀ ਗਲਤੀ ਮੰਨਣ ਵਾਸਤੇ ਕਦੇ ਵਾਸਤੇ ਤਿਆਰ ਨਹੀਂ। ਇਉਂ ਕਹਿੰਦੇ ਆ ਬਸ ਅਸੀਂ, ਮੈਥੋਂ ਕੋਈ ਵੱਡਾ ਗਿਆਨੀ ਨਹੀਂ ਹੈ, ਮੈਥੋਂ ਵੱਡਾ ਕੋਈ ਜਿਹੜਾ ਹੈ ਕੋਈ ਧਨਵਾਨ ਨਹੀਂ ਹੈ, ਮੈਥੋਂ ਵੱਡਾ ਕੋਈ ਵਿਚਾਰਵਾਨ ਨਹੀਂ ਹੈ, ਬਸ ਮੈਥੋਂ ਵੱਡਾ ਕੋਈ ਵੀ ਸੰਸਾਰ ਦੇ ਉੱਤੇ ਹੈ ਨਹੀਂ ਜਿਹੜਾ ਇੰਨੀ ਅਕਲ ਦਾ ਮਾਲਕ ਹੋਵੇ। ਬਸ ਜੋ ਕੁਝ ਮੈਂ ਕੀਤਾ ਸਹੀ ਕੀਤਾ, ਦੂਸਰੇ ਨੇ ਕੀਤਾ ਉਹਨੂੰ ਤਾਂ ਕੁਝ ਪਤਾ ਹੀ ਨਹੀਂ। ਪਰ ਸਤਿਗੁਰੂ ਜੀ ਨਿਮਰਤਾ ਔਰ ਗਰੀਬੀ ਹਿਰਦੇ ਦੀ ਗੱਲ ਕਰਦਿਆਂ ਸਾਹਿਬ ਜੀ ਕਹਿੰਦੇ ਹਨ, ਸਮਝਾਉਣਾ ਕਰਦੇ ਨੇ, ਸਾਹਿਬ ਜੀ ਆਪ ਕਿਰਪਾ ਕਰੋ, ਕੋਈ ਮਤ ਨਹੀਂ ਹੈ, ਮਤ ਵੀ ਥੋੜੀ ਹੈ, ਗਿਆਨਵਾਨ ਵੀ ਕੋਈ ਨਹੀਂ ਆ, ਸਾਹਿਬ ਜੀ ਕੋਈ ਆਸਰਾ ਵੀ ਨਹੀਂ ਹੈ। ਬਸ ਹੁਣ ਆਪ ਜੀ ਕਿਰਪਾ ਕਰੋ, ਰਾਖੋ ਰਾਖਣ ਹਾਰ ਦਇਆਲਾ, ਰੱਖਣਹਾਰ ਸਤਿਗੁਰੂ ਜੀ, ਸ਼ਰਨ ਦੇਣ ਦੇ ਮਾਲਕ ਸਤਿਗੁਰੂ ਜੀ ਸਾਨੂੰ ਰੱਖ ਲਵੋ। ਨਾਨਕ ਘਰ ਕੇ ਗੋਲੇ, ਅਸੀਂ ਤਾਂ ਤੁਹਾਡੇ ਘਰ ਦੇ ਗੋਲੇ ਹਾਂ, ਅਸੀਂ ਤਾਂ ਤੁਹਾਡੇ ਘਰ ਦੇ ਗਰੀਬੜੇ ਜੇ ਸਤਿਗੁਰੂ ਜੀ ਝਾੜੂ ਵਰਦਾਰ ਹਾਂ, ਅਸੀਂ ਤਾਂ ਤੁਹਾਡੇ ਘਰ ਦੇ ਵਿੱਚ ਚਾਕਰੀ ਕਰਨ ਵਾਲੇ ਸਤਿਗੁਰੂ ਜੀ ਆਪ ਜੀ ਦੇ ਘਰ ਦਾ, ਸਤਿਗੁਰੂ ਜੀ ਆਪ ਜੀ ਦੇ ਘਰ ਦੀ ਕਾਰ ਸੇਵਾ ਕਰਨ ਵਾਲੇ, ਆਪ ਦੇ ਦਰ ਦੀ ਸੇਵਾ ਕਰਨ ਵਾਲੇ।
ਆਪ ਕਿਰਪਾ ਕਰੋ। ਗਰੀਬ ਨਵਾਜ ਜਿਵੇਂ ਗੋਲਾ ਹੁੰਦਾ, ਨੌਕਰ ਹੁੰਦਾ, ਕੋਈ ਉਹਦੀ ਸਤਿਗੁਰੂ ਜੀ ਆਪਣੀ ਜਿਹੜੀ ਕੋਈ ਜਾਇਦਾਦ ਨਹੀਂ ਹੋਇਆ ਕਰਦੀ, ਆਪਣੀ ਕੋਈ ਮੱਤ ਨਹੀਂ ਉਹ ਵਰਤ ਸਕਦਾ। ਬਸ ਇਸੇ ਤਰ੍ਹਾਂ ਸਾਹਿਬ ਜੀ ਤੁਹਾਡੇ ਘਰ ਦੇ ਅਸੀਂ ਗੋਲੇ ਹਾਂ, ਨੌਕਰ ਹਾਂ, ਤੁਹਾਡੇ ਦਰ ਦੇ ਉੱਤੇ ਆਣ ਕੇ ਢਹਿ ਪਏ ਹਾਂ। ਆਪ ਕਿਰਪਾ ਕਰੋ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਆਪਣੇ ਬਣਾ ਲਵੋ ਜੀ। आओ सारे गुरु चरणों में ਆਪਾਂ भी बेनती करिए। गरीब नवाज हम अवगुण भरे, एक गुण नाही असी खते, बहुत कमावदे अंत न पारावार, हर कृपा करके बख्श ले हो, हम पापी वड गुनहगार। सतगुरु जी असी गुनाहगार हाँ, एक गुना एक गुनाह नहीं, दो गुनाह नहीं साहब जी, पता नहीं कितने को गुनाह असी हर रोज करते हैं, पता नहीं किड्डी क पापां दी पंड सिर दे उत्ते लई फिरदे आ। आप कृपा करके बख्शणहार बख्श लवो। बस इउं बेनती करके सारे आपां समाप्ति करिए जी। राखो राखण हार दयाला, राखो राखण हार दयाला, राखो राखो राखण हार दयाला, राखो राखण हार दयाला, नानक घर के गोले, नानक घर के गोले, नानक घर के नानक घर के राखो राखण हार दयाला, राखो राखण हार दयाला, राखो राखो राखण तुम्हारी शरण तुम्हारी आशा, तुम्हारी शरण तुम्हारी आशा, तुम्हारी शरण तुम्हारी आशा, तुम्हारी शरण तुम्हारी आशा, तुम ही सज्जन सोहेले, तुम ही सज्जन सोहेले, तुम ही सज्जन राखो राखण हार दयाला, राखो राखण हार दयाला, राखो राखण हार दयाला। दया दे सागर दयालु कृपालु सतगुरु जी आप जी दी शरण दे विच आउणा कीता है, आप कृपा करके रख लेना करो। गरीब नवाज आप जी दे दर दे भिखारी हाँ, आप जी दे दर दे मंगते हाँ, आप जी दे दर दे गोले हाँ, नौकर हाँ। साहब जी आप कृपा करके अपने बना लेना करो। आओ इउं गुरु चरणों विच गुरु के सिख नूं सदा वास्ते अरदास बेनती करनी चाहिए। तो फिर साहब जी कृपा कर देने बेसुमार बेअंत सुआमी, तेरो अंत न नहीं लईए। इउं पढ़दियां रहना चाहिए। साहब जी तुहाडी बख्शिश दा कोई अंत नहीं है, ते मेरे वर्गे पापी दियां कोई पापां दा अंत नहीं है, गुनाहां दा अंत नहीं है। पर बख्शणहार पिता अपने बिरद दी संभाल करदियां होया सतगुरु जी अपने प्यारे नूं सदा वास्ते अपने नाम दी दात दे करके अपने चरनां दे नाल सदा वास्ते जोड़ी रखना। भै भावना और अदब सतगुरु जी अपनी याद सदा वास्ते अपने साडे मनां दे अंदर सभनां दे अंदर बनी रहे, तां जो सतगुरु जी सदा वास्ते तुहानूं हाज़र नाज़र समझदे आ। सतगुरु जी सदा वास्ते गरीब नवाज
ਆਪ ਜੀ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਂਦਿਆਂ ਇਸ ਜੀਵਨ ਨੂੰ ਸਫਲਿਆਂ ਕਰ ਸਕੀਏ। ਆਓ ਸਾਰਿਆਂ ਗੁਰੂ ਚਰਨਾਂ ਵਿੱਚ ਸਦਾ ਵਾਸਤੇ ਅਰਦਾਸ ਬੇਨਤੀ ਕਰਿਆ ਕਰੀਏ। ਸਾਰੇ ਰਲ ਮਿਲ ਕੇ ਹੁਣ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕੇ ਸਮਾਪਤੀ ਕਰੀਏ। ਗੁਰ ਸ਼ਬਦ ਦੇ ਵਿਚਾਰ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਔਰ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਸਾਰੇ ਰਲ ਮਿਲ ਕੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕੇ ਸਮਾਪਤੀ ਕਰੀਏ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ